तेग बहादुर कॉलेज फॉर वूमेन ਦੇ YouTube ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ। ਅੱਜ ਆਪਾਂ BA ਫਸਟ ਈਅਰ ਫਸਟ ਸੈਮ ਹਿਸਟਰੀ ਦਾ ਚੈਪਟਰ 3 ਪ੍ਰਾਚੀਨ ਭਾਰਤੀ ਇਤਿਹਾਸ ਦੇ ਸੋਮੇ ਐਂਸ਼ੀਅੰਟ ਇੰਡੀਆ ਦੇ ਹਿਸਟਰੀ ਬਾਰੇ ਆਪਾਂ ਪੜ੍ਹ ਰਹੇ ਸੀਗੇ। ਪਿਛਲੇ ਚੈਪਟਰ ਦੇ ਵਿੱਚ ਆਪਾਂ ਭੂਗੋਲਿਕ ਵਿਸ਼ੇਸ਼ਤਾਵਾਂ ਪੜ੍ਹੀਆਂ ਜਿਹੜੀਆਂ ਪੰਜਾਬ ਦੀ ਇਤਿਹਾਸ ਨੂੰ ਭਾਰਤ ਦੇ ਇਤਿਹਾਸ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀਆਂ ਸੀਗੀਆਂ। ਅੱਜ ਆਪਾਂ ਪੜ੍ਹਾਂਗੇ ਪ੍ਰਾਚੀਨ ਭਾਰਤੀ ਇਤਿਹਾਸ ਦੇ ਸੋਮੇ, ਕਿਉਂਕਿ ਸਾਨੂੰ ਪ੍ਰਾਚੀਨ ਜਿਹੜਾ ਭਾਰਤੀ ਇਤਿਹਾਸ ਸੀ ਉਹਦੇ 'ਚ ਬੜਾ ਕੁਛ ਜਿਹੜਾ ਉਹ ਨਹੀਂ ਮਿਲਿਆ ਹੈਗਾ। ਬਹੁਤ ਘੱਟ ਜਾਣਕਾਰੀ ਸਾਡੇ ਕੋਲ, ਬਹੁਤ ਘੱਟ ਸੋਰਸ ਲਿਖਤੀ ਰੂਪ ਦੇ ਵਿੱਚ ਸਾਨੂੰ ਜਿਹੜੇ ਨੇ ਮੁਹੱਈਆ ਹੋਏ ਨੇ। ਜ਼ਿਆਦਾਤਰ ਅਲਿਖਤੀ ਇਤਿਹਾਸ ਹੀ ਮਿਲੇ, ਜਿਵੇਂ ਸਿੰਧ ਘਾਟੀ ਸੱਭਿਅਤਾ ਦੀ ਖੁਦਾਈ ਦੇ ਦੌਰਾਨ ਮਿਲੇ, ਜਾਂ ਫਿਰ ਹਰਸ਼ਚਰਿਤ ਜਿਹੜੇ ਵਿਦੇਸ਼ੀ ਵਿਦਵਾਨ ਆਏ ਉਹਨਾਂ ਨੇ ਆਪਣੇ ਸ਼ਾਸਕਾਂ ਦੇ ਪ੍ਰਸ਼ੰਸਾ ਦੇ ਵਿੱਚ ਕੁਝ ਕੁ ਗ੍ਰੰਥ ਸੀ ਜਿਹੜੇ ਉਹ ਰਚੇ। ਉਹਨਾਂ ਤੋਂ ਸਾਨੂੰ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਬਾਰੇ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਮੂਲ ਇਤਿਹਾਸਕ ਸੋਰਸ ਸੀ ਜਿਹੜੇ ਉਹਨਾਂ ਦੀ ਘਾਟ ਪਾਈ ਗਈ। ਹਿੰਦੂਆਂ ਦੇ ਧਾਰਮਿਕ ਗ੍ਰੰਥ ਸੀ ਜਿਹੜੇ, ਜਿਵੇਂ ਵੇਦ ਆ ਗਏ ਚਾਰੇ, ਪੁਰਾਣ, ਆਰਣਿਕ, ਹੋਰ ਬਹੁਤ ਸਾਰੇ ਬ੍ਰਾਹਮਣ ਗ੍ਰੰਥ, ਜਿਨ੍ਹਾਂ ਤੋਂ ਸਾਨੂੰ ਥੋੜ੍ਹੀ ਮੋਟੀ ਜਾਣਕਾਰੀ ਸੀ ਜਿਹੜੀ ਉਹ ਹਾਸਲ ਹੋਈ। ਬੋਧੀਆਂ ਦੇ ਗ੍ਰੰਥਾਂ ਤੋਂ ਕੁਝ ਕੁ ਜਾਣਕਾਰੀ ਹਾਸਲ ਹੋਈ, ਜੈਨੀਆਂ ਦੇ ਗ੍ਰੰਥਾਂ ਤੋਂ ਕੁਝ ਕੁ ਜਾਣਕਾਰੀ ਹਾਸਲ ਹੋਈ। ਤ੍ਰਿਪਿਟਕ, ਮਹਾਂਭਾਰਤ, ਰਾਮਾਇਣ, ਇਹਨਾਂ ਤੋਂ ਸਾਨੂੰ ਬਹੁਮੁੱਲੀ ਜਾਣਕਾਰੀ ਹਾਸਲ ਹੁੰਦੀ ਹੈ। ਸੋਮੇ ਦੀ ਘੱਟ ਅਤੇ ਅਨਿਸ਼ਚਿਤ ਹੋਣ ਦੇ ਕੀ ਕਾਰਨ ਸੀ ਜਿਹੜੇ ਸਾਨੂੰ ਇੰਨਾ ਕੀਮਤੀ ਸਮਾਂ ਹੋਣ ਦੇ ਬਾਵਜੂਦ ਵੀ ਇਤਿਹਾਸਕ ਸੋਰਸ ਘੱਟ ਪਾਏ ਗਏ। ਉਹਨਾਂ ਦੇ ਲਈ ਕੁਝ ਕਾਰਨ ਜ਼ਿੰਮੇਵਾਰ ਨੇ ਜਿਹੜੇ ਆਪਾਂ ਪੜ੍ਹ ਰਹੇ ਹਾਂ, ਜਿਹਦੇ 'ਚੋਂ ਪਹਿਲਾ ਹੁੰਦਾ ਪ੍ਰਾਚੀਨ ਕਾਲ ਦੇ ਭਾਰਤੀਆਂ ਵਿੱਚ ਇਤਿਹਾਸਕ ਬੁੱਧੀ ਦੀ ਘਾਟ। ਕਹਿੰਦੇ ਜਿਹੜੇ ਉਸ ਸਮੇਂ ਦੇ ਪ੍ਰਾਚੀਨ ਕਾਲ ਦੇ ਸਾਡੇ ਭਾਰਤੀ ਸੀਗੇ ਉਹਨਾਂ ਦੇ ਵਿੱਚ ਬੁੱਧੀ ਦੀ ਘਾਟ ਸੀ ਜਿਹੜੀ ਉਹ ਪਾਈ ਗਈ, ਕਿਉਂਕਿ ਨਾ ਤਾਂ ਉਹਨਾਂ ਨੂੰ ਰਾਜਨੀਤਿਕ ਨੀਤੀਆਂ, ਤਿਥੀਆਂ ਸਹੀ ਢੰਗ ਨਾਲ ਲਿਖ ਸਕੇ। ਇੱਥੋਂ ਤੱਕ ਭਾਰਤ ਦੇ ਵਿੱਚ ਕੋਈ ਵੀ ਕਹਿੰਦੇ ਥੁਕੀਡਾਈਜ਼ਸ ਜਾਂ ਹੈਰੋਡੇਟਸ ਪੈਦਾ ਨਹੀਂ ਹੋਇਆ। ਇੱਦਾਂ ਦਾ ਕੋਈ ਮਹੱਤਵਪੂਰਨ ਵਿਗਿਆਨੀ ਸੀ ਜਿਹੜਾ ਤਿੱਥ ਮਿੱਥਾਂ ਅਕੋਰਡਿੰਗ ਲਿਖ ਸਕਦਾ ਸੀ, ਉਹ ਨਹੀਂ ਪੈਦਾ ਹੋਇਆ। ਜ਼ਿਆਦਾਤਰ ਸਿਰਫ ਰਾਜਿਆਂ ਦੇ ਚਰਿੱਤਰ ਬਾਰੇ ਲਿਖਣ ਦੀ ਕੋਸ਼ਿਸ਼ ਕਰਦੇ ਰਹੇ। ਐਲਬਰੂਨੀ ਕੀ ਕਹਿੰਦਾ, ਹਿੰਦੂ ਘਟਨਾਵਾਂ ਦੀ ਇਤਿਹਾਸਕ ਤਰਤੀਬ ਵੱਲ ਧਿਆਨ ਨਹੀਂ ਦਿੰਦੇ ਸੀਗੇ। ਉਹ ਸਿਰਫ ਕੁਝ ਕੁ ਤੱਥ ਆਪਣੇ ਰਾਜੇ ਨੂੰ ਖੁਸ਼ ਕਰਨ ਦੇ ਲਈ ਇਹਨਾਂ ਗ੍ਰੰਥਾਂ ਦੇ ਵਿੱਚ ਲਿਖਦੇ ਨੇ। ਇਸ ਲਈ ਉਹ ਕੀ ਨੇ, ਤਿੱਥਾਂ ਦੇ ਪ੍ਰਤੀ, ਮਿੱਥਾਂ ਦੇ ਪ੍ਰਤੀ ਲਾਪਰਵਾਹ ਸੀ, ਜਿਹਦੇ ਕਾਰਨ ਸਾਨੂੰ ਸੋਮੇ ਦੇ ਪ੍ਰਤੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਹਿੰਦੂਆਂ ਦੀ ਧਰਮ, ਦਰਸ਼ਨ ਅਤੇ ਦਰਸ਼ਨ ਦੇ ਵਿੱਚ ਅਧਿਕ ਰੁਚੀ। ਹਿੰਦੂ ਸੀ ਜਿਹੜੇ ਕਹਿੰਦੇ ਉਹ ਇਤਿਹਾਸ ਲਿਖਣ ਨਾਲੋਂ ਜ਼ਿਆਦਾ ਧਰਮ ਦੇ ਵਿੱਚ ਅਤੇ ਫਿਲਾਸਫੀ ਦੇ ਵਿੱਚ ਜ਼ਿਆਦਾ ਆਪਣੇ ਆਪ ਨੂੰ ਬਿਜੀ ਰੱਖਦੇ ਨੇ। ਇਸ ਕਾਰਨ ਵੀ ਉਹ ਸਿਰਫ ਰਾਜਿਆਂ ਦੀਆਂ ਰਾਜਨੀਤਿਕ ਘਟਨਾਵਾਂ ਦਾ ਹੀ ਵਰਣਨ ਕਰਦੇ ਨੇ। ਸਹੀ ਇਤਿਹਾਸ ਜਿਹੜਾ ਉਹਨਾਂ ਤੋਂ ਦੂਰ ਰਿਹਾ। ਜਿਵੇਂ ਕਿ ਹੈਰੋਡੇਟਸ ਵਰਗੇ ਨੇ ਜਿਹੜੇ ਯੂਰਪ ਦੇ ਪੁਰਾਤਨ ਕਾਲ ਦੇ ਮਹਾਨ ਇਤਿਹਾਸਕ ਗ੍ਰੰਥ ਉਹਨਾਂ ਨੇ ਲਿਖੇ, ਜਿਹਦੇ ਕਾਰਨ ਦੂਜੇ ਪਾਸੇ ਜੇ ਦੇਖਿਆ ਜਾਵੇ ਭਾਰਤ ਦੇ ਵਿੱਚ ਹਿੰਦੂਆਂ ਨੇ ਵੇਦ, ਉਪਨਿਸ਼ਦ, ਆਰਣਿਕ ਵਰਗੇ ਮਹਾਨ ਧਾਰਮਿਕ ਗ੍ਰੰਥ ਲਿਖੇ। ਉਹਨਾਂ ਦੀਆਂ ਰਚਨਾਵਾਂ, ਹੈਰੋਡੇਟਸ ਦੀਆਂ ਰਚਨਾਵਾਂ ਤਿੱਥਾਂ ਮਿੱਥਾਂ ਨਾਲ ਇਤਿਹਾਸ ਨੂੰ ਬਿਆਨ ਕਰਦੀਆਂ ਨੇ। ਦੂਜੇ ਪਾਸੇ ਧਾਰਮਿਕ ਗ੍ਰੰਥ ਸੀ ਜਿਹੜੇ ਇਹ ਤਿੱਥਾਂ ਮਿੱਥਾਂ ਤੋਂ ਵੀ ਬਿਨਾਂ ਕਹਿੰਦੇ ਉਸ ਸਮੇਂ ਦੀ ਸਥਿਤੀ ਨੂੰ ਸਪਸ਼ਟ ਕਰਕੇ ਨਹੀਂ ਦੱਸ ਸਕੇ ਹੈਗੇ। ਭਾਰਤ ਦੀ ਜਾਤੀ ਪ੍ਰਥਾ। ਇੱਕ ਉਸ ਸਮੇਂ ਦਾ ਭਾਰਤੀ ਸਮਾਜ ਸੀ ਜਿਹੜਾ 4 ਪ੍ਰਮੁੱਖ ਵਰਨਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਬ੍ਰਾਹਮਣ, ਕਸ਼ੱਤਰੀ, ਵੈਸ਼, ਸ਼ੂਦਰ। ਇਕੱਲਾ ਇੱਥੋਂ ਤੱਕ ਹੀ ਨਹੀਂ ਸੀਮਿਤ ਸੀ, ਇਸ ਤੋਂ ਬਿਨਾਂ ਵੀ ਸਮਾਜ ਹੋਰ ਅਨੇਕਾਂ ਤਰ੍ਹਾਂ ਦੀਆਂ ਜਾਤਾਂ, ਉਪਜਾਤਾਂ ਦੇ ਵਿੱਚ ਵੰਡਿਆ ਹੋਇਆ। ਜਾਤਾਂ ਉਪਜਾਤਾਂ ਦੇ ਵਿੱਚ ਲੋਕਾਂ ਨੂੰ ਕਿੱਤੇ ਸੰਭਾਲੇ ਗਏ, ਇੱਕ ਦੂਜੇ ਨਾਲ ਮੇਲ ਮਿਲਾਪ ਨਹੀਂ ਸੀਗਾ, ਜਾਂ ਇੱਕ ਦੂਜੇ ਬਾਰੇ ਲਿਖਣਾ ਪਸੰਦ ਨਹੀਂ ਕਰਦੇ ਸੀਗੇ। ਇੱਥੋਂ ਤੱਕ ਜਿਹੜੇ ਬ੍ਰਾਹਮਣ ਸੀ ਉਹ ਆਪਣੇ ਆਪ ਨੂੰ ਉੱਚ ਕੁੱਲ ਦੇ ਸਮਝਦੇ ਨੇ। ਨੀਵੇਂ ਵਰਗਾਂ ਨਾਲ ਲਿਖਣਾ, ਬੈਠਣਾ, ਉੱਠਣਾ ਉਹਨਾਂ ਦੇ ਜੀਵਨ ਨੂੰ ਉਹਨਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜਾ, ਜਾਂ ਧਾਰਮਿਕ ਸਥਾਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸਥਾਨ ਸੀ ਜਿਹੜਾ ਉਹ ਨਹੀਂ ਦਿੱਤਾ। ਇਸ ਕਾਰਨ ਸਾਨੂੰ
ਜੋ ਕੁਝ ਵੀ ਉਹਨਾਂ ਨੇ ਲਿਖਿਆ ਉਹ ਹੇਠਲੇ ਪੱਧਰ ਦੇ ਲੋਕਾਂ ਦੇ ਜੀਵਨ ਬਾਰੇ ਸੀ ਜਿਹੜਾ ਉਹ ਸਪਸ਼ਟ ਰੂਪ 'ਚ ਨਹੀਂ ਲਿਖ ਸਕੇ। ਪ੍ਰਾਚੀਨ ਭਾਰਤ 'ਚ ਏਕਤਾ ਦੀ ਘਾਟ, ਉਸ ਸਮੇਂ ਇੱਕ ਪ੍ਰਮੁੱਖ ਘਾਟ ਇਹ ਪਾਈ ਗਈ, ਪੂਰਾ ਭਾਰਤ ਇੱਕ ਲੜੀ ਦੇ ਵਿੱਚ ਹੋ ਕੇ ਆਪਣੇ ਇਤਿਹਾਸ ਨੂੰ ਨਹੀਂ ਬਚਾ ਸਕਿਆ। ਰਾਜਪੂਤ ਰਾਜ ਕਰਦੇ ਨੇ, ਕਿਤੇ ਮੌਰੀਆ ਵੰਸ਼ ਹੈ, ਗੁਪਤ ਹੈ, ਸ਼ਕ ਹੈ, ਕੁਸ਼ਾਣ ਨੇ, ਤਾਂ ਉਹ ਕਹਿੰਦੇ ਆਪੋ ਆਪਣੇ ਰਾਜ ਨੂੰ ਵਧਾਉਣ ਦੇ ਲਈ ਇੱਕ ਦੂਜੇ ਨਾਲ ਲੜੀ ਜਾਂਦੇ ਨੇ, ਜਿਹਦੇ ਕਾਰਨ ਉਹਨਾਂ 'ਚ ਇਸ ਰਾਜਨੀਤਿਕ ਘਾਟ ਕਾਰਨ ਵੀ ਬਹੁਤ ਸਾਰੇ ਇਤਿਹਾਸਕ ਸੋਰਸ ਸੀ ਜਿਹੜੇ ਉਹ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਨੇ। ਉਸ ਤੋਂ ਬਾਅਦ ਪ੍ਰਾਚੀਨ ਕਾਲ ਦੇ ਜਿਹੜੇ ਭਾਰਤੀ ਸੀ ਉਹਨਾਂ ਦੇ ਇਤਿਹਾਸ ਸੰਬੰਧੀ ਦ੍ਰਿਸ਼ਟੀਕੋਣ ਸੀ ਜਿਹੜਾ ਉਹ ਸਹੀ ਨਹੀਂ ਸੀਗਾ। ਉਹਦੇ ਸੰਬੰਧ ਦੇ ਵਿੱਚ ਆਪਾਂ ਜੇ ਗੱਲ ਕਰੀਏ, ਬੁੱਧ ਪ੍ਰਕਾਸ਼ ਆਦਿ ਵਿਦਵਾਨ ਦੇ ਵਿਚਾਰ ਕੀ ਨੇ? ਪ੍ਰਾਚੀਨ ਕਾਲ ਦੇ ਵਿੱਚ ਭਾਰਤੀਆਂ ਨੂੰ ਇਤਿਹਾਸ ਲਿਖਣ 'ਚ ਰੁਚੀ ਨਹੀਂ ਸੀ। ਉਹ ਸਿਰਫ ਆਪਣੀਆਂ ਜੀਵਨੀਆਂ ਨਹੀਂ ਬਲਕਿ ਮਨੁੱਖੀ ਜੀਵਨ ਦੀ ਉਤਪਤੀ, ਵਿਕਾਸ ਅਤੇ ਨਾਸ਼ ਕਰਮ ਅਨੁਸਾਰ ਹੁੰਦੇ ਸੀਗੇ। ਹਿੰਦੂਆਂ ਦੇ ਇਤਿਹਾਸ ਸੰਬੰਧ ਦਾ ਅਤਿਅੰਤ ਵਿਸ਼ਾਲ ਦ੍ਰਿਸ਼ਟੀਕੋਣ ਸੀ। ਉਹ ਰਾਜਿਆਂ ਦੇ ਜੀਵਨ ਨੂੰ ਲਿਖਣਾ ਜ਼ਿਆਦਾ ਮਹੱਤਵ ਦਿੰਦੇ ਨੇ, ਜਦ ਕਿ ਸੋਸ਼ਲ ਜਾਂ ਆਮ ਲੋਕਾਂ ਦੇ ਜੀਵਨ, ਆਮ ਲੋਕਾਂ ਦੇ ਰਹਿਣ ਸਹਿਣ ਬਾਰੇ ਉਹਨਾਂ ਨੇ ਕੁਝ ਜ਼ਿਆਦਾ ਸੀ ਜਿਹੜਾ ਬਿਰਤਾਂਤ ਸੀ ਜਿਹੜੇ ਉਹ ਨਹੀਂ ਲਿਖੇ ਹੈਗੇ। ਰਾਜਨੀਤਿਕ ਅਤੇ ਸਮਾਜਿਕ ਇਤਿਹਾਸ ਦੀ ਸਾਨੂੰ ਘਾਟ ਹੈ ਜਿਹੜੀ ਉਹ ਮਿਲੀ। ਮਿਥਿਹਾਸ ਦੀ ਗੱਲ ਕਰੀਏ, ਜਿਹਦੇ 'ਚ ਆਪਾਂ ਗੱਲ ਕਰਦੇ ਹਾਂ ਮਿਥਿਹਾਸ ਦੀ। ਮਿਥਿਹਾਸ ਇਤਿਹਾਸ ਦੇ ਨਾਲ ਜਿੰਨੇ ਵੀ ਆਪਣੇ ਧਾਰਮਿਕ ਗ੍ਰੰਥ ਸੀ ਜਿਹੜੇ ਉਹ ਪਾਏ ਗਏ, ਉਹਨਾਂ ਦੇ ਵਿੱਚ ਇਤਿਹਾਸ ਦੇ ਨਾਲ ਨਾਲ ਮਿਥਿਹਾਸਕ ਮਿਸ਼ਰ ਨੇ। ਅੱਜ ਵੀ ਆਪਾਂ ਦੇਖਦੇ ਹਾਂ ਜਿਹੜੇ ਇਤਿਹਾਸਕ ਗ੍ਰੰਥ ਨੇ ਉਹਨਾਂ ਦੇ ਵਿੱਚ ਇਤਿਹਾਸ ਦੇ ਨਾਲ ਨਾਲ ਕੁਝ ਕੁ ਤੱਥ ਮਿਥਿਹਾਸਕ ਪਾਏ ਗਏ, ਇਸ ਲਈ ਵਿਸ਼ਵਾਸ ਕਰਨ ਯੋਗ ਨਹੀਂ ਸੀਗੇ। ਪ੍ਰਾਚੀਨ ਇਤਿਹਾਸਕ ਗ੍ਰੰਥਾਂ ਦਾ ਨਸ਼ਟ ਹੋ ਜਾਣਾ। D.A.V. ਸਮਿਥ ਕਹਿੰਦਾ ਉਸ ਸਮੇਂ ਦੇ ਇਤਿਹਾਸਕਾਰ ਸੀ ਜਿਹੜੇ ਉਹ ਦਰਬਾਰ ਦੇ ਵਿੱਚ, ਰਾਜਿਆਂ ਦੇ ਦਰਬਾਰ 'ਚ ਜ਼ਿਆਦਾ ਕੰਮ ਕਰਦੇ ਸੀ, ਇਸ ਲਈ ਉਹਨਾਂ ਦਾ ਲਿਖਿਆ ਹੋਇਆ ਲਿਟਰੇਚਰ ਜ਼ਿਆਦਾ ਸ਼ਾਸਕਾਂ ਕੋਲ ਹੁੰਦਾ ਸੀ। ਜਦੋਂ ਵਿਦੇਸ਼ੀ ਕੋਈ ਰਾਜਾ ਹਮਲਾ ਕਰਦਾ ਤਾਂ ਉਹਨਾਂ ਦਾ ਲਿਟਰੇਚਰ ਲੁਕ ਹੋ ਕੇ ਰਹਿ ਜਾਂਦਾ, ਜਿਹਦੇ ਕਾਰਨ ਉਹ ਜਾਂਦੇ ਉਸ ਨੂੰ ਨਸ਼ਟ ਕਰ ਜਾਂਦਾ ਅਤੇ ਬਹੁਤ ਸਾਰੇ ਇਤਿਹਾਸ ਦਾ ਨੁਕਸਾਨ ਹੋਇਆ। ਅਨਿਸ਼ਚਿਤ ਮਿਤੀਆਂ। ਅਨਿਸ਼ਚਿਤ ਮਿਤੀਆਂ ਦੇ ਵਿੱਚ ਉਹੀ ਆ ਗਿਆ, ਪਹਿਲਾਂ ਸਿੰਧ ਘਾਟੀ ਸੱਭਿਅਤਾ ਦੇ ਕਾਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਲੱਗ-ਅਲੱਗ ਰਾਈਟਰ ਨੇ ਜਿਹੜੇ ਉਸ ਬਾਰੇ ਅਲੱਗ-ਅਲੱਗ ਮਤ ਦੱਸਦੇ ਨੇ। ਕੋਈ ਕਹਿੰਦਾ 2000 ਸਾਲ ਪਹਿਲਾਂ ਹੋਇਆ ਸਮਾਂ, ਕੋਈ 2500 BC ਦੱਸਦਾ, ਕੋਈ 1500 BC ਦੱਸਦਾ। ਇਸ ਲਈ ਜਦੋਂ ਪਰਪੱਕ ਮਿਤੀ ਨਹੀਂ ਸਿਰਫ ਕਿੱਥੋਂ ਪਤਾ ਲੱਗਿਆ, 1921 ਦੇ ਵਿੱਚ ਜਦੋਂ ਖੁਦਾਈ ਹੋਈ ਹੜੱਪਾ ਦੀ, ਉਹਦੇ ਚਿੰਨ੍ਹਾਂ ਤੋਂ ਪ੍ਰਮਾਣ ਲਾਇਆ ਗਿਆ। ਹੋ ਸਕਦਾ ਕੋਈ ਸੋਚਦਾ 2000 ਸਾਲ ਪਹਿਲਾਂ ਦੀ ਹੋਣੇ ਇਹ, ਕੋਈ ਸੋਚਦਾ 2500 ਸਾਲ ਪਹਿਲਾਂ ਦੀ ਗੱਲ ਹੈ ਈਸਵੀ ਪੂਰਵ ਤੋਂ। ਇਸ ਲਈ ਕਹਿੰਦੇ ਇਤਿਹਾਸਕ ਤੱਥਾਂ ਸੀ ਜਿਹੜੀਆਂ ਉਹ ਸਹੀ ਨਹੀਂ ਪਾਈਆਂ ਗਈਆਂ, ਇਸ ਕਾਰਨ ਵੀ ਸਹੀ ਜਾਣਕਾਰੀ ਹੈ ਜਿਹੜੀ ਉਹ ਹਾਸਲ ਨਹੀਂ ਹੋ ਸਕੀ। ਕਹਿੰਦੇ ਸਿਰਫ ਇੱਕ ਨਿਸ਼ਚਿਤ ਮਿਤੀ ਬਾਰੇ ਸਾਨੂੰ ਭਾਰਤੀ ਇਤਿਹਾਸ 'ਚ ਪਤਾ ਲੱਗਦਾ, ਉਹ ਸੀ 326 ਈਸਵੀ ਪੂਰਵ, ਜਦੋਂ ਸਿਕੰਦਰ ਨੇ ਭਾਰਤ 'ਤੇ ਹਮਲਾ ਕੀਤਾ। ਉਹ ਪੱਕੀ ਤਿੱਥ ਹੈ, ਨਹੀਂ ਉਸ ਤੋਂ ਬਿਨਾਂ ਬਾਕੀ ਸਾਰੀਆਂ ਤਿੱਥਾਂ ਨੇ ਜਿਹੜੀਆਂ ਉਹ ਐਸਟੀਮੇਟਡ ਨੇ। ਵੱਖ-ਵੱਖ ਸੰਮਤਾਂ ਦੀ ਵਰਤੋਂ, ਜਿਵੇਂ ਸੰਮਤ ਆਪਾਂ ਦੇਖਦੇ ਹਾਂ ਹੁਣ ਨਾਨਕਸ਼ਾਹੀ ਕੈਲੰਡਰ ਚੱਲਦਾ, ਬਿਕਰਮੀ ਸੰਮਤ ਚੱਲਦੇ ਨੇ, ਈਸਵੀਆਂ ਚੱਲਦੀਆਂ ਨੇ, ਦੇਸੀ ਮਹੀਨੇ ਆਪਾਂ ਕਹਿੰਦੇ ਹਾਂ। ਇੱਦਾਂ ਭਾਰਤ ਦੇ ਵਿੱਚ ਬਹੁਤ ਕੁਝ ਇੱਦਾਂ ਦੇ ਆਏ, ਜਿਵੇਂ ਵਿਸ਼ਕ ਸੰਮਤ ਆਈਆਂ, ਕੁਸ਼ਾਣ ਸੰਮਤ ਆਈ, ਗੁਪਤ ਸੰਮਤ ਆਈ, ਗੁਪਤ ਸ਼ਾਸਕਾਂ ਨੇ ਆਪਣੀ ਸੰਮਤ ਚਲਾਈ। 27 ਦੇ ਕਰੀਬ ਸੰਮਤਾਂ ਨੇ ਜਿਹੜੀਆਂ ਉਹ ਹੋਂਦ 'ਚ ਆਈਆਂ, ਜਿਹਨਾਂ ਦੀਆਂ ਮਿਤੀਆਂ ਅਲੱਗ-ਅਲੱਗ ਸੀਆਂ। ਇਸ ਕਾਰਨ ਕਹਿੰਦੇ ਸਹੀ ਢੰਗ ਨਾਲ ਇਤਿਹਾਸ ਨਹੀਂ ਲਿਖਿਆ ਜਾ ਸਕਿਆ। ਪੁਰਾਤਨ ਲਿਪੀਆਂ ਨੂੰ ਸਮਝਣ ਦੀ ਸਮੱਸਿਆ। ਉਸ ਸਮੇਂ ਦੀਆਂ ਜਿਹੜੀਆਂ ਲਿਪੀਆਂ ਨੇ, ਮੋਹਰਾਂ, ਸਿਲਾਵਾਂ, ਤਾਮਰ ਪੱਤਰਾਂ, ਭਵਨਾਂ ਨਿਰਮਾਣ ਤੋਂ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਜਾ ਸਕਿਆ। ਇਸ ਕਾਰਨ ਵੀ ਸਾਨੂੰ ਇਤਿਹਾਸ ਤੋਂ ਦੂਰ ਰਹਿਣਾ ਪਿਆ। ਇਸ ਲਈ ਉਸ ਸਮੇਂ ਦੀ ਜੇ ਆਪਾਂ ਗੱਲ ਕਰੀਏ, ਬਹੁਤ ਸਾਰੇ ਇੱਦਾਂ ਦੇ ਕਾਰਨ ਸੀ ਜਿਹੜੇ ਸਾਨੂੰ ਸਹੀ ਇਤਿਹਾਸ ਤੋਂ ਅਲੱਗ ਰਹਿ ਜਾਂਦੇ ਨੇ। ਉਸ ਤੋਂ ਬਾਅਦ ਪ੍ਰਾਚੀਨ ਭਾਰਤੀ ਇਤਿਹਾਸ ਦੇ ਮੁੱਖ ਸੋਮਿਆਂ ਦਾ ਵਰਣਨ। ਜਿੰਨੇ ਵੀ ਸੋਮੇ ਸਾਨੂੰ ਪ੍ਰਾਚੀਨ ਭਾਰਤ ਦੇ ਇਤਿਹਾਸ ਬਾਰੇ ਮਿਲੇ, ਉਹਨਾਂ ਬਾਰੇ ਆਪਾਂ ਕੁਝ ਕੁ ਜਾਣਕਾਰੀ ਹਾਸਲ ਕਰਦੇ ਹਾਂ ਜਿੰਨੀ ਕੁ ਮਿਲੀ। ਪਹਿਲਾ ਧਾਰਮਿਕ ਸਾਹਿਤ ਆਉਂਦਾ ਹੈ, ਇਤਿਹਾਸਕਾਰ ਦਾ ਇਤਿਹਾਸਕ ਤੱਥ ਆਉਂਦੇ ਨੇ, ਪੁਰਾਤਨ ਸੰਬੰਧੀ ਸਮੱਗਰੀ ਆਉਂਦੀ ਹੈ, ਵਿਦੇਸ਼ੀਆਂ ਦੇ ਲੇਖ ਆਉਂਦੇ ਨੇ ਜਿਹੜੇ ਸਾਨੂੰ ਕੁਝ ਨਾ ਕੁਝ ਉਸ ਇਤਿਹਾਸ ਬਾਰੇ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰਾਉਂਦੇ। ਤਾਂ ਪਹਿਲਾਂ ਗੱਲ ਕਰਦੇ ਹਾਂ ਧਾਰਮਿਕ ਸਾਹਿਤ। ਧਾਰਮਿਕ ਸਾਹਿਤ ਕੀ ਸੀ? ਬ੍ਰਾਹਮਣਾਂ ਦਾ, ਹਿੰਦੂਆਂ ਦੇ ਧਾਰਮਿਕ ਗ੍ਰੰਥ। ਰਿਗਵੇਦ। ਰਿਗਵੇਦ ਦੇ ਵਿੱਚ ਸਭ ਤੋਂ ਪੁਰਾਣਾ ਧਾਰਮਿਕ ਗ੍ਰੰਥ ਮੰਨਿਆ ਜਾਂਦਾ। 1028 ਦੇ ਕਰੀਬ ਸੂਤਕ ਨੇ, 10 ਮੰਡਲਾਂ 'ਚ ਵੰਡਿਆ ਹੋਇਆ ਹੈ। ਵਰੁਣ, ਇੰਦਰ, ਅਗਨੀ, ਸੋਮ, ਸੂਰਯ, ਊਸ਼ਾ, ਰੁਦਰ ਆਦਿ ਦੇਵੀ ਦੇਵਤਿਆਂ ਦੀ ਉਸਤਤ ਦੇ ਵਿੱਚ ਮੰਤਰਾਂ ਦਾ ਉਚਾਰਨ ਕੀਤਾ ਗਿਆ। ਇਹਦੇ 'ਚ ਇਸ ਇਤਿਹਾਸਕ ਗ੍ਰੰਥ ਦੇ ਵਿੱਚ ਮੰਤਰ ਜਾਂ ਤੱਥਾਂ ਦੀ ਘਾਟ ਹੈ ਜਿਹੜੀ ਉਹ ਪਾਈ ਜਾਂਦੀ ਹੈ। ਆਰੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਦਾ ਇੱਕਮਾਤਰ ਸੋਮਾ ਇਸ ਨੂੰ ਮੰਨਿਆ ਜਾਂਦਾ ਹੈ।
ਲੋਕ ਮਤਸਯ, ਕ੍ਰਿਵੀ, ਯਦੂ, ਪਰੂ, ਅਨੂ ਆਦਿ ਜਨਾਂ ਦੇ ਵਿੱਚ ਆਰੀਅਨ ਲੋਕ ਵੰਡੇ ਹੋਏ ਨੇ। ਹਰੇਕ ਜਨ ਦੇ ਮੁਖੀ ਨੂੰ ਰਾਜਨ ਭਾਵ ਆਰੀਅਨ ਲੋਕਾਂ ਬਾਰੇ ਸਾਨੂੰ ਰਿਗਵੇਦ ਦੇ ਵਿੱਚੋਂ ਜਿਹੜੀ ਉਹ ਜਾਣਕਾਰੀ ਹਾਸਲ ਹੁੰਦੀ ਹੈ। ਉਸ ਤੋਂ ਬਾਅਦ ਦੂਜੇ 3 ਵੇਦਾਂ ਦੀ ਗੱਲ ਕਰਦੇ ਹਾਂ। ਸ਼ਾਮਵੇਦ। ਸ਼ਾਮਵੇਦ ਸੰਗੀਤ ਦਾ ਵੇਦ, ਸੰਗੀਤ ਕਲਾ ਵਿੱਚ ਨਿਪੁੰਨਤਾ ਹਾਸਲ ਕਰਦਾ ਸੀ। ਅਤੇ ਸ਼ਾਮਵੇਦ ਦੇ 1603 ਮੰਤਰ ਨੇ। 99 ਉਹ ਕੇਵਲ ਉਸਦੇ ਆਪਣੇ ਮੰਤਰ ਨੇ, ਬਾਕੀ ਮੰਤਰ ਦੂਜੇ ਵੇਦਾਂ ਤੋਂ ਲਏ ਹੋਏ ਨੇ। ਇਸ ਤਰ੍ਹਾਂ ਨਾਲ ਸੰਗੀਤ ਨਾਲ ਸੰਬੰਧਿਤ ਇਹ ਵੇਦ ਪਾਇਆ ਗਿਆ। ਯਜੁਰਵੇਦ, ਅਥਰਵਵੇਦ। ਯਜੁਰਵੇਦ ਦੇ ਵਿੱਚ ਜੱਗਾਂ 'ਚ ਪੜ੍ਹੇ ਜਾਣ ਵਾਲੇ ਮੰਤਰਾਂ ਦਾ ਸੰਗ੍ਰਹਿ, ਕਰਮਕਾਂਡ ਦਾ ਵਰਣਨ ਹੈ। ਅਥਰਵਵੇਦ ਦੇ ਵਿੱਚ ਸਭ ਤੋਂ ਬਾਅਦ 'ਚ ਰਚਨਾ ਹੋਈ 20 ਕਾਂਡਾਂ 'ਚ ਰਚਿਆ ਗਿਆ। ਇਹਦੇ ਵਿੱਚ ਔਸ਼ਧੀ ਵਿਗਿਆਨ, ਆਯੁਰਵੈਦ, ਜਾਦੂ ਟੂਣੇ, ਭੂਤਾਂ ਪ੍ਰੇਤਾਂ ਬਾਰੇ ਜਾਣਕਾਰੀ ਹੈ। ਬ੍ਰਾਹਮਣ ਗ੍ਰੰਥ ਆਏ। ਇਹਨਾਂ ਗ੍ਰੰਥਾਂ ਦੇ ਵਿੱਚ ਜੱਗਾਂ ਅਤੇ ਕਰਮਕਾਂਡਾਂ ਦਾ ਵਰਣਨ ਮਿਲਦਾ ਹੈ। ਆਰਣਕ ਆਏ। ਰਿਸ਼ੀਆਂ ਮੁਨੀਆਂ ਰਾਹੀਂ ਜੰਗਲਾਂ 'ਚ ਰਚੇ ਗਏ ਗ੍ਰੰਥ ਨੇ। ਕੁਝ ਹੱਦ ਤੱਕ ਉਪਨਿਸ਼ਦਾਂ ਦਾ ਆਧਾਰ ਮੰਨੇ ਜਾਂਦੇ ਨੇ। ਇਹ ਉਪਨਿਸ਼ਦ ਇਹਨਾਂ ਤੋਂ ਨਿਕਲ ਕੇ ਆਏ। ਉਪਨਿਸ਼ਦ ਬ੍ਰਹਮ, ਆਤਮਾ, ਜਨਮ ਮਰਨ ਆਦਿ ਵਿਸ਼ਿਆਂ ਦੇ ਉੱਤੇ ਵਿਚਾਰ ਹੈ ਜਿਹੜਾ ਇਹਨਾਂ ਗ੍ਰੰਥਾਂ ਦੇ ਵਿੱਚ ਕੀਤਾ ਗਿਆ। ਸੂਤਰ ਗ੍ਰੰਥ, ਕਲਪ ਸੂਤਰ, ਸਰੋਤ ਸੂਤਰ, ਗ੍ਰਹਿ ਸੂਤਰ, ਧਰਮ ਸੂਤਰ ਆਦਿ ਵੇਦ ਵਿਸ਼ਿਆਂ ਦੇ ਸਿਧਾਂਤ ਇੱਥੇ ਮਿਲਦੇ ਨੇ। ਵੇਦਾਂਗ, ਇਹਨਾਂ ਦੀ ਗਿਣਤੀ 6 ਹੈ। ਇਹ ਜਿਹੜੇ ਰਿਗਵੇਦ ਵਰਗੇ ਜਾਂ ਵੇਦ ਨੇ ਉਹਨਾਂ ਦਾ ਸ਼ੁੱਧ ਉਚਾਰਨ, ਅਰਥ, ਵਿਆਕਰਨ ਨੇ ਜਿਹੜੇ ਉਹ ਸਾਨੂੰ ਵੇਦਾਂਗ ਤੋਂ ਪਤਾ ਚੱਲਦੇ ਨੇ। ਇਸ ਤਰ੍ਹਾਂ ਨਾਲ ਉਪਰੋਕਤ ਗ੍ਰੰਥਾਂ ਦੇ ਗੰਭੀਰ ਅਧਿਐਨ ਤੋਂ ਹੀ ਸਾਨੂੰ ਆਰੀਅਨ ਅਤੇ ਉੱਤਰ ਵੈਦਿਕ ਕਾਲ ਦੇ ਲੋਕਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਉੱਤਰ ਵੈਦਿਕ ਕਾਲ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਗਿਆਨ ਪ੍ਰਾਪਤੀ ਦੇ ਸਰੋਤ ਸਾਨੂੰ ਇਹਨਾਂ ਤੋਂ ਮਿਲੇ। ਆਸ਼ਰਮ ਧਰਮ ਬਾਰੇ ਪਤਾ ਚੱਲਦਾ ਹੈ। ਇਸਤਰੀਆਂ ਦੀ ਦਸ਼ਾ ਬਾਰੇ, ਜਾਤੀ ਪ੍ਰਥਾ, ਭੋਜਨਾਂ ਬਾਰੇ ਹੋਰ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਸਾਨੂੰ ਇਹਨਾਂ ਗ੍ਰੰਥਾਂ ਤੋਂ ਪਤਾ ਚੱਲੀਆਂ। ਉਸ ਤੋਂ ਬਾਅਦ ਆ ਕੇ ਮਹਾਂਕਾਵ। ਮਹਾਂਕਾਵ 2 ਨੇ, ਇੱਕ ਰਾਮਾਇਣ ਅਤੇ ਇੱਕ ਮਹਾਂਭਾਰਤ। ਰਾਮਾਇਣ ਦੀ ਰਚਨਾ ਮਹਾਂਰਿਸ਼ੀ ਵਾਲਮੀਕ ਨੇ ਕੀਤੀ। 24,000 ਦੇ ਕਰੀਬ ਸ਼ਲੋਕ ਨੇ। ਇਸ ਦੇ ਵਿੱਚ ਬਹੁਤ ਵੱਡਾ ਕਾਵਿ ਦੇ ਤੌਰ 'ਤੇ ਇਸ ਨੂੰ ਮੰਨਿਆ ਜਾਂਦਾ ਹੈ। ਅਤੇ ਇਹਦੇ 'ਚ ਵੀ ਸਾਨੂੰ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਵਿਸ਼ਿਆਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਉਸ ਤੋਂ ਬਾਅਦ ਆਉਂਦਾ ਮਹਾਂਭਾਰਤ। 1 ਲੱਖ ਤੋਂ ਵੱਧ ਸ਼ਲੋਕ ਮੰਨੇ ਜਾਂਦੇ ਨੇ ਇਸਦੇ, ਅਤੇ ਰਿਸ਼ੀ ਵੇਦ ਵਿਆਸ ਨੇ ਇਸ ਦੀ ਰਚਨਾ ਕੀਤੀ। ਇਹਦੇ ਵਿੱਚ ਵੀ ਸਾਨੂੰ ਉਸ ਸਮੇਂ ਦੇ ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਬਾਰੇ ਸਾਨੂੰ ਵਿਸ਼ੇਸ਼ ਤੌਰ 'ਤੇ ਚਾਨਣਾ ਜਿਹੜਾ ਇਹਨਾਂ ਗ੍ਰੰਥਾਂ ਤੋਂ ਸਾਨੂੰ ਮਿਲਦਾ ਹੈ। ਉਸ ਤੋਂ ਬਾਅਦ ਆਉਂਦੇ ਨੇ ਪੁਰਾਣ। ਵੈਦਿਕ ਸਾਹਿਤ ਦੇ ਮਹਾਂਕਾਵਾਂ ਇਹ ਤੋਂ ਇਲਾਵਾ ਪ੍ਰਾਚੀਨ ਇਤਿਹਾਸ ਦੇ ਵਿੱਚ ਮਹੱਤਵਪੂਰਨ ਕੀਮਤੀ ਸਰੋਤ ਨੇ ਜਿਹੜੇ ਉਸ ਇਤਿਹਾਸ ਦੇ ਉਹ ਮੰਨੇ ਜਾਂਦੇ ਨੇ ਪੁਰਾਣ। ਪੁਰਾਣਾਂ ਦੀ ਗਿਣਤੀ 18 ਮੰਨੀ ਜਾਂਦੀ ਹੈ। ਬ੍ਰਹਮ, ਵਾਯੂ, ਮਤਸਯ, ਵਿਸ਼ਨੂੰ, ਭਵਿਸ਼ਯ, ਭਾਗਵਤ, ਗਰੁੜ, ਮਾਰਕੰਡੇ ਪ੍ਰਸਿੱਧ ਇਹ ਜਿਹੜੇ ਆਪਣੇ ਪੁਰਾਣ ਨੇ ਉਹ ਮੰਨੇ ਜਾਂਦੇ ਨੇ। ਇਹਨਾਂ ਪੁਰਾਣਾਂ ਦੇ ਵਿੱਚੋਂ ਸਾਨੂੰ ਵੱਖ ਵੱਖ ਪੁਰਾਣਾਂ ਦੁਆਰਾ ਦਿੱਤੀਆਂ ਗਈਆਂ ਗੱਲਾਂ ਇੱਕ ਦੂਜੇ ਦੇ ਉਲਟ ਪ੍ਰਤੀਤ ਹੁੰਦੀਆਂ ਨੇ, ਇਸ ਲਈ ਇਹ ਦੋਸ਼ ਰਹਿਤ ਨਹੀਂ ਹੈਗੇ। ਦੂਜੇ ਬਹੁਤ ਸਾਰੀਆਂ ਕਾਲਪਨਿਕ ਵਸਤੂਆਂ ਦਾ ਵਰਣਨ ਹੈ। ਪੁਰਾਣਾਂ ਦੇ ਵਿੱਚ ਰਾਜਵੰਸ਼ਾਂ ਦਾ ਉਲੇਖ ਨਹੀਂ ਕੀਤਾ ਗਿਆ। ਇਤਿਹਾਸਕ ਘਟਨਾਵਾਂ ਦੀ ਥਾਂ ਹਿੰਦੂ ਧਰਮ ਦਰਸ਼ਨ ਦੇ ਭਾਰਗ ਵਿੱਚ ਵਧੇਰੇ ਜ਼ੋਰ ਦਿੱਤਾ ਜਾਂਦਾ, ਇਸ ਲਈ ਪੁਰਾਣਾਂ ਨੂੰ ਜ਼ਿਆਦਾ ਇਤਿਹਾਸਕ ਜਾਂ ਵਿਸ਼ਵਾਸਯੋਗ ਗ੍ਰੰਥ ਨਹੀਂ ਮੰਨਿਆ ਜਾ ਸਕਦਾ। ਬੋਧੀਆਂ ਦੇ ਧਾਰਮਿਕ ਗ੍ਰੰਥ। ਬੋਧੀਆਂ ਨੇ ਲਿਖੇ ਤ੍ਰਿਪਿਟਕ, ਸੁੱਤ ਪਿਟਕ, ਵਿਨੈ ਪਿਟਕ, ਅਭਿਧਰਮਿਟਕ। 3 ਨੇ। ਪਿਟਕ ਦਾ ਅਰਥ ਹੁੰਦਾ ਬਾਸਕਟ, ਟੋਕਰੀ। ਭਾਵ ਇਹਦੇ 'ਚ ਭਾਵ ਕੀ ਹੈ, ਪਾਲੀ ਭਾਸ਼ਾ 'ਚ ਲਿਖੇ ਗਏ 3 ਗ੍ਰੰਥ ਮਹਾਤਮਾ ਬੁੱਧ ਦੇ ਮੂਲ ਸਿਧਾਂਤਾਂ, ਦਰਸ਼ਨ, ਗਿਆਨ ਇੱਥੋਂ ਮਿਲੇ। ਸੁੱਤ ਪਿਟਕ ਸੀ ਜਿਹੜਾ ਮਹਾਤਮਾ ਬੁੱਧ ਦੇ ਉਪਦੇਸ਼ਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਵਰਣਨ ਕਰਦਾ ਹੈ। ਵਿਨੈ ਪਿਟਕ ਦੇ ਵਿੱਚ ਭਿਕਸ਼ੂਆਂ ਦੇ ਆਚਰਣ ਬਾਰੇ, ਕਰੈਕਟਰ ਬਾਰੇ ਸਾਨੂੰ ਜਾਣਕਾਰੀ ਹਾਸਲ ਹੁੰਦੀ ਹੈ। ਵਿਨੈ ਪਿਟਕ ਦੇ ਵਿੱਚੋਂ ਨਾਲ ਨਾਲ ਕਹਿੰਦੇ ਅਵਿਤਮ ਪਿਟਕ ਦੇ ਵਿੱਚ ਜੱਗਾਂ ਵਿੱਚ ਜੀਵਨ ਦੀਆਂ ਅਵਸਥਾਵਾਂ, ਦਾਰਸ਼ਨਿਕ ਦੀਆਂ ਗੱਲਾਂ ਦਾ ਵਰਣਨ ਮਿਲਦਾ ਹੈ। ਮਹਾਤਮਾ ਬੁੱਧ ਦੇ ਸੰਬੰਧ ਨਾਲ ਹੀ ਨਹੀਂ, ਧਰਮ ਸੰਬੰਧ ਨਾਲ ਨਹੀਂ, ਸਗੋਂ ਉਸ ਸਮੇਂ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੀਵਨ ਬਾਰੇ ਵੀ ਸਾਨੂੰ ਜਾਣਕਾਰੀ ਮਿਲਦੀ ਹੈ। ਜਾਤਕ। ਜਾਤਕ ਵੀ ਬੋਧੀਆਂ ਦੇ ਪ੍ਰਸਿੱਧ ਗ੍ਰੰਥ ਨੇ, ਜਿਹਦੇ ਵਿੱਚ ਬੁੱਧ ਦੇ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਦਾ ਵਰਣਨ ਇਹਦੇ 'ਚ ਮਿਲਦਾ ਹੈ। ਇਹਨਾਂ ਦੀ ਕੁੱਲ ਗਿਣਤੀ 549 ਦੱਸੀ ਗਈ ਹੈ। ਭਾਰਤੀਆਂ ਦੇ ਅੰਧ ਵਿਸ਼ਵਾਸਾਂ, ਸਮਾਜਿਕ ਪ੍ਰਥਾਵਾਂ ਦਾ ਗਿਆਨ ਸਾਨੂੰ ਇਹਨਾਂ ਗ੍ਰੰਥਾਂ ਤੋਂ ਜਿਹੜਾ ਉਹ ਮਿਲਦਾ ਹੈ। ਦੀਪਵੰਸ਼ ਅਤੇ ਮਹਾਵੰਸ਼। ਦੀਪਵੰਸ਼ ਅਤੇ ਮਹਾਵੰਸ਼ ਨਾਮਕ ਗ੍ਰੰਥਾਂ ਦੀ ਰਚਨਾ ਲੰਕਾ ਦੇ ਵਿੱਚ ਕਰਮਵਾਰ 4ਵੀਂ ਅਤੇ 6ਵੀਂ ਸਦੀ ਈਸਵੀ ਪੂਰਵ ਵਿੱਚ ਹੋਈ। ਇਹ ਦੋਵੇਂ ਗ੍ਰੰਥ ਪਾਲੀ ਭਾਸ਼ਾ 'ਚ ਨੇ। ਮਹਾਵੰਸ਼ ਦੀ ਰਚਨਾ ਮਹਾਨਾਮ ਨੇ ਕੀਤੀ। ਦੀਪਵੰਸ਼ ਦੇ ਲੇਖਕ ਬਾਰੇ ਕਹਿੰਦੇ ਕੋਈ ਪਤਾ ਨਹੀਂ। ਲੰਕਾ ਦੇ ਮਹਾਤਮਾ ਬੁੱਧ ਦੀ ਮੌਤ ਦੇ ਸਮੇਂ ਤੋਂ ਲੈ ਕੇ 4ਵੀਂ ਈਸਵੀ ਤੱਕ ਦੇ ਇਤਿਹਾਸਕ ਰਾਜਿਆਂ ਦੇ ਘਟਨਾਵਾਂ ਦਾ ਵਰਣਨ ਹੈ ਜਿਹੜਾ ਉਹ ਸਾਨੂੰ ਇਹਨਾਂ ਗ੍ਰੰਥਾਂ ਤੋਂ ਹੈ ਜਿਹੜਾ ਉਹ ਮਿਲਦਾ ਹੈ।
ਉਸ ਤੋਂ ਬਾਅਦ ਸੰਸਕ੍ਰਿਤੀ ਦੇ ਬੋਧੀ ਗ੍ਰੰਥ। ਪਾਲੀ ਭਾਸ਼ਾ ਤੋਂ ਇਲਾਵਾ ਬੁੱਧ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਗ੍ਰੰਥ ਨੇ ਜਿਹੜੇ ਉਹ ਸਾਨੂੰ ਸੰਸਕ੍ਰਿਤਿਕ ਭਾਸ਼ਾ ਦੇ ਵਿੱਚ ਵੀ ਮਿਲੇ। ਬੁੱਧ ਧਰਮ ਨਾਲ ਸੰਬੰਧਿਤ ਲਲਿਤ ਵਿਸਤਾਰ ਸਭ ਤੋਂ ਪ੍ਰਸਿੱਧ ਮੰਨਿਆ ਜਾਂਦਾ, ਜਿਹਦੇ 'ਚ ਸਾਨੂੰ ਨੇਪਾਲ ਦੇ ਵਿੱਚ ਇਸ ਦੀ ਰਚਨਾ ਹੋਈ, ਜਿਹਦੇ 'ਚ ਸਾਨੂੰ ਉਸ ਸਮੇਂ ਦੀ ਕਥਾਵਾਂ, ਸੰਸਕ੍ਰਿਤਿਕ ਭੜਕੀਲੇ ਗੌਤਮ ਦੇ ਚਰਿੱਤਰ ਬਾਰੇ ਸਾਨੂੰ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਪੈਰਾਮਾਈਡ ਲਾਸਟ ਈਸਾ ਮਸੀਹ ਦੇ ਜੀਵਨ ਦੀ ਪ੍ਰਸਿੱਧ ਰਚਨਾ ਮੰਨੀ ਜਾਂਦੀ ਹੈ। ਕਨਿਸ਼ਕ ਦੇ ਸ਼ਾਸਨ ਕਾਲ 'ਚ ਬੋਧੀਆਂ ਨੇ ਕਈ ਸੰਸਕ੍ਰਿਤਿਕ ਗ੍ਰੰਥਾਂ ਦੀ ਰਚਨਾ ਕੀਤੀ। ਇਹਨਾਂ 'ਚੋਂ ਅਸ਼ਵਕੋਸ਼ ਦੁਆਰਾ ਚਰਿਤ, ਬੁੱਧ ਚਰਿਤ, ਵਜਰ ਸੂਚੀ ਅਤੇ ਸੂਤਰ ਅਲੰਕਾਰ, ਨਾਗਾਰਜੁਨ ਕਿਰਤ, ਮਾਧਿਅਮਿਕ ਸੂਤਰ, ਉਸ ਤੋਂ ਬਾਅਦ ਪਰਜਣਾ ਪਰਮਿੱਤਰ ਸੂਤਰ, ਵਸ਼ੁਮਿੱਤਰ ਰਾਹੀਂ ਰਚਿਤ ਮਹਾਵਿਵਾਸ ਵਰਣਨਯੋਗ ਗ੍ਰੰਥ ਨੇ ਜਿਹੜੇ ਉਹ ਮੰਨੇ ਜਾਂਦੇ ਨੇ। ਜੈਨੀਆਂ ਦੇ ਧਾਰਮਿਕ ਗ੍ਰੰਥਾਂ ਦੀ ਜੇ ਗੱਲ ਕਰੀਏ ਤਾਂ 12 ਅੰਗ ਸਭ ਤੋਂ ਪਵਿੱਤਰ ਮੂਲ ਗ੍ਰੰਥ ਹੈ ਜਿਹੜਾ, ਜਿਸ ਨੂੰ ਪੂਰਬ ਕਿਹਾ ਜਾਂਦਾ ਹੈ। ਕੁੱਲ ਗਿਣਤੀ 14 ਹੈ। ਪ੍ਰਕਿਰਤਿਕ ਭਾਸ਼ਾ ਦੇ ਵਿੱਚ ਇਹਨਾਂ ਗ੍ਰੰਥਾਂ ਦਾ ਸੰਕਲਨ ਕੀਤਾ ਗਿਆ। ਮਹਾਂਵੀਰ ਅਤੇ ਜੈਨ ਧਰਮ ਦੇ ਸਿਧਾਂਤਾਂ ਦਾ ਵਰਣਨ ਇਸ ਦੇ ਵਿੱਚ ਮਿਲੇ। ਕਲਪਸੂਤਰ ਜੈਨੀਆਂ ਦਾ ਹੋਰ ਪ੍ਰਸਿੱਧ ਗ੍ਰੰਥ ਹੈ, ਜਿਹਦੇ ਵਿੱਚ ਈਸਾ ਪੂਰਬ ਦੀ 4 ਸਦੀ ਦੇ ਵਿੱਚ ਭੱਦਰਬਾਹੂ ਨੇ ਲਿਖਿਆ ਅਤੇ ਇਸ ਦੇ ਵਿੱਚ ਇਤਿਹਾਸਕ ਸੋਰਸ ਜੈਨੀਆਂ ਦੇ 24 ਤੀਰਥੰਕਰਾਂ, 23ਵੇਂ ਤੀਰਥੰਕਰ ਪਾਰਸ਼ਵਨਾਥ, 24ਵੇਂ ਤੀਰਥੰਕਰ ਮਹਾਂਵੀਰ ਜੈਨ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਦਾ ਵਰਣਨ ਮਿਲਦਾ ਹੈ। ਉਸ ਤੋਂ ਬਾਅਦ ਪ੍ਰਸ਼ਿਸ਼ਟ ਪਰਵ ਇਤਿਹਾਸਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ। ਆਚਾਰਿਆ ਹੇਮਚੰਦਰ ਲਿਖਤ ਪ੍ਰਸ਼ਿਸ਼ਟ ਪਰਵ ਇਸ ਦੀ ਰਚਨਾ ਸੀ ਜਿਹੜੀ ਉਹ ਈਸਾ ਦੀ 12ਵੀਂ ਸਦੀ ਦੇ ਵਿੱਚ ਹੈ ਜਿਹੜੀ ਉਹ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਇਤਿਹਾਸਕ ਅਤੇ ਅਰਧ ਇਤਿਹਾਸਕ ਤੱਥ ਨੇ ਜਿਹੜੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਇਤਿਹਾਸਕ ਗ੍ਰੰਥ ਅਤੇ ਜੀਵਨੀਆਂ 6ਵੀਂ ਈਸਵੀ ਸਦੀ ਈਸਵੀ ਪੂਰਬ ਦੇ ਵਿੱਚ ਬਹੁਤ ਸਾਰੇ ਰਾਜਿਆਂ ਦੀਆਂ ਜੀਵਨੀਆਂ ਲਿਖੀਆਂ ਗਈਆਂ, ਜਿਹੜੀਆਂ ਉਹ ਇਕੱਲੇ ਵਿਦਵਾਨਾਂ ਦੁਆਰਾ, ਉਸ ਸਮੇਂ ਦੇ ਜਿਹੜੇ ਸ਼ਾਸਕ ਆਪਣੇ ਰਾਜ ਦਰਬਾਰ ਦੇ ਵਿੱਚ ਵਿਦਵਾਨ ਰੱਖਦੇ ਸੀ, ਉਹਨਾਂ ਦੁਆਰਾ ਲਿਖੀਆਂ ਗਈਆਂ ਇਹ ਜੀਵਨੀਆਂ ਸੀ ਜਿਹੜੀਆਂ ਉਹ ਜਿੱਥੇ ਰਾਜੇ ਦੇ ਜੀਵਨ ਨੂੰ ਦੱਸਦੀਆਂ ਨੇ, ਕੁਝ ਨਾ ਕੁਝ ਘਟਨਾਵਾਂ ਉਸ ਸਮੇਂ ਦੇ ਸਮਾਜ ਰਾਜ ਬਾਰੇ ਵੀ ਦੱਸਦੀਆਂ ਨੇ। ਜਿਹਨਾਂ 'ਚੋਂ ਪ੍ਰਸਿੱਧ ਹੈ ਹਰਸ਼ ਚਰਿਤ। ਬਾਣਭੱਟ ਦੀ ਰਚਨਾ ਹੈ। ਹਰਸ਼ਵਰਧਨ ਦਾ ਦਰਬਾਰੀ ਕਵੀ ਸੀ ਜਿਹੜਾ ਹਰਸ਼ਵਰਧਨ ਦੇ ਸ਼ਾਸਨ ਕਾਲ ਜਿੱਤਾਂ ਦਾ ਵਰਣਨ ਹੈ ਜਿਹੜਾ ਇਹਦੇ 'ਚ ਸਾਨੂੰ ਮਿਲਦਾ ਹੈ। ਉਸ ਤੋਂ ਬਾਅਦ DAV ਸਮਿਥ ਸੀ ਜਿਹੜਾ ਕਹਿੰਦੇ ਇਸ ਦੀ ਤੁਲਨਾ ਅਬੁਲ ਫਜ਼ਲ ਦੇ ਇਤਿਹਾਸਕ ਗ੍ਰੰਥ ਅਕਬਰਨਾਮਾ ਦੇ ਨਾਲ ਕਰਦਾ ਹੈ। ਗੁੜਬਾਹੋ ਦੀ ਰਚਨਾ ਬਗਪਤੀ ਨਾਮਕ ਕਵੀ ਨੇ ਕੀਤੀ। ਕਨੌਜ ਦੇ ਸ਼ਾਸਕ ਜਸ਼ੋਵਰਮਨ ਦੀਆਂ ਜਿੱਤਾਂ ਦਾ ਅਤੇ ਕਾਰਨਾਮਿਆਂ ਦਾ ਵਰਣਨ ਇਹਦੇ 'ਚ ਮਿਲਦਾ ਹੈ ਅਤੇ ਵੱਧ ਚੜ੍ਹ ਕੇ ਉਹਦੇ ਵਿੱਚ ਵਧਾ ਚੜ੍ਹਾ ਕੇ ਸੁਆਮੀ ਦੀਆਂ ਗੁਣਗਾਨ ਕੀਤੇ ਗਏ ਉਸਨੇ। ਉਸ ਤੋਂ ਬਾਅਦ ਕਰਪੂਰ ਮੰਜਰੀ ਰਾਜਸ਼ੇਖਰ ਦੀ ਰਚਨਾ। ਪ੍ਰਤਿਹਾਰ ਵੰਸ਼ ਦੇ ਸ਼ਾਸਕ ਮਹਿੰਦਰਪਾਲ ਪਹਿਲੇ ਦੇ ਪ੍ਰਸਿੱਧ ਦਰਬਾਰੀ ਕਵੀ ਨੇ, ਜਿਹਦੇ ਕਾਰਨ ਉਸ ਦੀਆਂ ਘਟਨਾਵਾਂ ਦਾ ਵਰਣਨ ਮਿਲਦਾ ਹੈ। ਉਸ ਤੋਂ ਬਾਅਦ ਨਵਸ਼ਾਹ ਕਾ ਚਰਿਤ ਕਹਿੰਦੇ ਇਸ ਗ੍ਰੰਥ ਦੀ ਰਚਨਾ ਪਦਮਗੁਪਤ ਨੇ ਕੀਤੀ। ਪਰਮਾਰ ਵੰਸ਼ ਦੇ ਸ਼ਾਸਕ ਸਿੰਧੂ ਰਾਜ ਦੇ ਕਾਰਨਾਮਿਆਂ ਦਾ ਵਰਣਨ ਹੈ। ਉਸ ਤੋਂ ਬਾਅਦ ਪ੍ਰਬੰਧ ਚਿੰਤਾਮਣੀ ਭੋਜ ਪ੍ਰਬੰਧ, ਇਸ ਦੀ ਰਚਨਾ ਮੇਰੂਤੰਗ ਭੋਜ ਪ੍ਰਬੰਧ ਦੀ ਰਚਨਾ ਬਲਾਲ ਨੇ ਕੀਤੀ। ਪਰਮਾਰ ਵੰਸ਼ ਦੇ ਪ੍ਰਤਾਪੀ ਰਾਜਾ ਭੋਜ ਅਤੇ ਧਾਰ ਦੇ ਭੋਜ ਨਾਂ ਨਾਲ ਪ੍ਰਸਿੱਧ ਸੀ ਜਿਹੜਾ ਉਸ ਦੀਆਂ ਜਿੱਤਾਂ ਦਾ ਵਰਣਨ ਮਿਲਦਾ ਹੈ। ਰਾਮਚਰਿਤ ਇਸ ਦੀ ਰਚਨਾ ਸੰਧਿਆਕਰ ਨੰਦੀ ਨਾਮਕ ਵਿਦਵਾਨ ਨੇ ਕੀਤੀ। ਪਾਲ ਵੰਸ਼ ਦੇ ਸ਼ਾਸਕ ਰਾਜਪਾਲ ਦੀਆਂ ਜਿੱਤਾਂ ਦਾ ਵਰਣਨ ਸਾਨੂੰ ਇਹਨਾਂ ਗ੍ਰੰਥਾਂ ਦੇ ਵਿੱਚੋਂ ਹੈ ਜਿਹੜਾ ਉਹ ਮਿਲਦਾ ਹੈ। ਉਸ ਤੋਂ ਬਾਅਦ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ ਬਿਕਰਮਾਦੇਵ ਚਰਿਤ। ਇਸ ਦੀ ਰਚਨਾ ਪ੍ਰਸਿੱਧ ਕਵੀ ਬਿਲਹਣ ਨੇ ਕੀਤੀ। ਕਲਿਆਣੀ ਦੇ ਉੱਗੇ ਚਾਲੁਕਿਆ ਸ਼ਾਸਕ ਬਿਕਰਮਾਦਿੱਤਿਆ ਛੇਵੇਂ ਦੀਆਂ ਜਿੱਤਾਂ, ਉਸ ਦੇ ਵਿਅਕਤੀਗਤ ਗੁਣਾਂ ਦਾ ਵਰਣਨ ਹੈ ਜਿਹੜਾ ਉਹ ਇਹਨਾਂ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ। ਬਿਲਹਣ ਕਸ਼ਮੀਰ ਤੋਂ ਆਇਆ, ਬਿਕਰਮਾਦਿੱਤਿਆ ਦੀ ਸਰਪ੍ਰਸਤੀ ਕਰਦਾ ਹੈ। ਰਾਜ ਤਰੰਗਣੀ ਇਹ ਵੀ ਇੰਪੋਰਟੈਂਟ ਹੈ। ਇਹ ਵੀ ਕਸ਼ਮੀਰ ਦੇ ਉੱਗੇ ਵਿਦਵਾਨ ਅਤੇ ਇਤਿਹਾਸਕਾਰ ਕਲਹਣ ਦੀ ਰਚਨਾ ਹੈ। ਰਾਜ ਤਰੰਗਣੀ ਨੂੰ ਪ੍ਰਾਚੀਨ ਇਤਿਹਾਸ ਗ੍ਰੰਥਾਂ ਤੋਂ ਸਭ ਤੋਂ ਮਹੱਤਵਪੂਰਨ ਗ੍ਰੰਥ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ। ਕਸ਼ਮੀਰ ਦੇ ਰਾਜਿਆਂ ਦਾ ਇਤਿਹਾਸ ਇਸ ਦੇ ਵਿੱਚ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਆਏਗਾ ਕੁਮਾਰਪਾਲ ਚਰਿਤ। ਕੁਮਾਰਪਾਲ ਚਰਿਤ ਨਾਮਕ 2 ਗ੍ਰੰਥ ਨੇ। ਪਹਿਲਾ ਕਰਮਵਾਰ ਹੇਮਚੰਦਰ ਅਤੇ ਜੈ ਸਿੰਘ ਇਹਨਾਂ ਦੀ ਰਚਨਾ ਕਰਦੇ ਨੇ। ਅਨੈਲਾਬਾਦ ਗੁਜਰਾਤ ਦੇ ਸ਼ਾਸਕ ਕੁਮਾਰਪਾਲ ਦੀਆਂ ਸਫਲਤਾਵਾਂ ਅਤੇ ਸ਼ਖਸੀਅਤ ਬਾਰੇ ਇਹਦੇ 'ਚ ਮਿਲਦਾ ਹੈ। ਪ੍ਰਿਥਵੀ ਰਾਜ ਚਰਿਤ ਬੜਾ ਇੰਪੋਰਟੈਂਟ ਹੈ ਇਹ। ਪ੍ਰਿਥਵੀ ਰਾਜ ਚਰਿਤ ਪ੍ਰਿਥਵੀ ਰਾਜ ਰਾਸੋ ਦੀ ਰਚਨਾ ਹੈ, ਜਿਸ ਨੇ ਦੀ ਰਚਨਾ ਰਾਜ ਕਵੀ ਚਾਂਦ ਬਰਦਾਈ ਨੇ ਕੀਤੀ। ਪ੍ਰਿਥਵੀ ਰਾਜ ਚੌਹਾਨ ਦੇ ਜੀਵਨ ਬਾਰੇ ਇਹਦੇ 'ਚ ਸਾਨੂੰ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਉਸ ਤੋਂ ਬਾਅਦ ਚਚਨਾਮਾ
ਸਿੰਧ ਦੇ ਸਥਾਨਕ ਇਤਿਹਾਸਕਾਰਾਂ ਦੁਆਰਾ ਲਿਖੇ ਗਏ ਧਾਰਮਿਕ ਗ੍ਰੰਥਾਂ ਫਾਰਸੀ ਦੇ ਵਿੱਚ ਅਨੁਵਾਦ ਹੈ ਜਿਹੜਾ ਉਹ ਕੀਤਾ ਗਿਆ 13ਵੀਂ ਸਦੀ ਦੇ ਆਰੰਭ ਦੇ ਵਿੱਚ। ਇਸ ਦੀਆਂ ਉਸ ਸਮੇਂ ਦੀਆਂ ਭਾਸ਼ਾਵਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਨਾਲ ਬਹੁਤ ਸਾਰੇ ਹੋਰ ਗ੍ਰੰਥ ਤਾਮਿਲ ਭਾਸ਼ਾ 'ਚ ਲਿਖੇ ਗਏ। ਹੋਰ ਬਹੁਤ ਸਾਰੀਆਂ ਇਤਿਹਾਸ ਗ੍ਰੰਥਾਂ ਬਾਰੇ ਸਾਨੂੰ ਰਾਜਿਆਂ ਦੀਆਂ ਸਫਲਤਾਵਾਂ ਦਾ ਵਧਾ ਚੜ੍ਹਾ ਕੇ ਵਰਣਨ ਮਿਲਦਾ ਹੈ। ਅਰਧ ਇਤਿਹਾਸਕ ਤੱਥ ਨੇ ਜਿਹੜੇ ਉਹ ਕਿਹੜੇ ਕਿਹੜੇ ਨੇ? ਲੌਕਿਕ ਗ੍ਰੰਥ ਜਿਨ੍ਹਾਂ ਤੋਂ ਉਪਯੋਗੀ ਇਤਿਹਾਸਕ ਸਮੱਗਰੀ ਪ੍ਰਾਪਤ ਹੁੰਦੀ ਹੈ ਪਰੰਤੂ ਇਹਨਾਂ ਨੂੰ ਜ਼ਿਆਦਾ ਮਹੱਤਤਾ ਨਹੀਂ ਦਿੱਤੀ ਗਈ ਹੈਗੀ। ਉਹਨਾਂ 'ਚੋਂ ਆਉਂਦੇ ਰਾਜਨੀਤੀ ਸ਼ਾਸਤਰ ਸੰਬੰਧੀ ਗ੍ਰੰਥ। ਅਰਥ ਸ਼ਾਸਤਰ ਕਟੱਲੇ ਦੀ ਰਚਨਾ। ਇਹ ਮੌਰਿਆ ਕਾਲ ਦੇ ਪ੍ਰਸਿੱਧ ਸ਼ਾਸਕ ਚੰਦਰਗੁਪਤ ਮੌਰਿਆ ਦਾ ਗੁਰੂ ਵੀ ਸੀ, ਪ੍ਰਧਾਨ ਮੰਤਰੀ ਵੀ ਰਿਹਾ। ਇਸ ਤਰ੍ਹਾਂ ਨਾਲ ਉਸਨੇ ਉਸ ਸਮੇਂ ਦੇ ਰਾਜ ਬਾਰੇ ਇਸ ਦੀ ਰਚਨਾ ਕੀਤੀ। ਕੁਝ ਲੇਖਕ ਸੀ ਜਿਹੜੇ ਚਾਣਕੇ ਦੀ ਤੁਲਨਾ ਮੈਕਿਆਵਲੀ ਨਾਲ ਕੀਤੇ ਨੇ। ਯੂਰਪ ਦਾ ਮਹਾਨ ਰਾਈਟਰ ਸੀ ਜਿਹੜਾ ਮਹਾਨ ਸਾਹਿਤਕਾਰ ਮੈਕਿਆਵਲੀ ਇਟਲੀ ਦਾ ਹੋਇਆ, ਉਸ ਦੇ ਨਾਲ ਇਸ ਦੀ ਰਚਨਾ ਕੀਤੀ ਜਾਂਦੀ ਹੈ ਅਤੇ ਉਸ ਦੀ ਰਚਨਾ ਸੀ ਪ੍ਰਿੰਸ ਦੀ ਤੁਲਨਾ ਕਟੱਲੇ ਦੇ ਅਰਥ ਸ਼ਾਸਤਰ ਨਾਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਵਿਆਕਰਨ ਸੰਬੰਧੀ ਗ੍ਰੰਥ ਨੇ ਜਿਹੜੇ ਉਹਨਾਂ ਬਾਰੇ ਵੀ ਸਾਨੂੰ ਕੁਝ ਨਾ ਕੁਝ ਜਾਣਕਾਰੀ ਹੈ ਜਿਹੜੀ ਉਹ ਮਿਲਦੀ ਹੈ। ਵਿਆਕਰਨ ਸੰਬੰਧੀ ਗ੍ਰੰਥਾਂ ਦੇ ਵਿੱਚ ਪਾਇਣੀ ਅਸ਼ਟਾਧਿਆਇ ਨਾਮਕ ਸੰਸਕ੍ਰਿਤਿਕ ਵਿਆਕਰਨ ਦੀ ਰਚਨਾ ਮਿਲਦੀ ਹੈ। ਇਤਿਹਾਸਕ ਸਮੱਗਰੀ ਤੋਂ ਬਾਅਦ ਕੰਬੋਜ, ਗੰਧਾਰ, ਸਿੰਧੂ, ਸੇਕਿਆ, ਕੁਦਰੁਕਸ਼ਕਰੂ, ਤਰੰਗਣੀ ਆਦਿ ਵਿਸ਼ਿਆਂ ਬਾਰੇ ਪਤੰਜਲੀ ਨਾਮਕ ਪ੍ਰਸਿੱਧ ਵਿਆਕਰਨ ਸ਼ਾਸਤਰੀ ਜਿਸ ਨੇ ਮਹਾਭਾਸ਼ਾ ਦੀ ਰਚਨਾ ਕੀਤੀ। ਸੁੰਗ ਪੰਸ਼ ਦੇ ਪੁਸ਼ਯਮਿੱਤਰ ਦੇ ਸਮਕਾਲੀ ਦੀਆਂ ਪ੍ਰਾਪਤੀਆਂ ਦਾ ਵਰਣਨ ਮਿਲਦਾ ਹੈ। ਅਸ਼ਵਮੇਧ ਯੱਗ ਕੀਤੇ ਉਹਨਾਂ ਦੇ ਹਮਲਿਆਂ ਦਾ ਵਰਣਨ ਮਿਲਦਾ ਹੈ। ਉਸ ਤੋਂ ਬਾਅਦ ਨਾਟਕ, ਕਾਵਿ ਗ੍ਰੰਥ ਆਦਿ। ਅੱਜ ਕੱਲ੍ਹ ਸ਼ੁੱਧ ਸਾਹਿਤ ਨੂੰ ਇੱਕਮਾਤਰ ਅਤੇ ਇਤਿਹਾਸਕ ਸੋਮਾ ਜਿਹੜਾ ਉਹ ਮੰਨਿਆ ਜਾਂਦਾ ਹੈ। ਰਚਿਤ ਨਾਟਕ, ਕਾਵਿ ਗ੍ਰੰਥਾਂ ਤੋਂ ਉਪਯੋਗੀ ਇਤਿਹਾਸਕ ਸਮੱਗਰੀ। ਵਿਸਾਖਾ ਦੱਤ ਦੇ ਨਾਟਕ ਸੀ ਮੁਦਰਾਕਸ਼ ਜੋ ਚੰਦਰਗੁਪਤ ਮੌਰਿਆ ਦੇ ਆਰੰਭਕ ਜੀਵਨ, ਉਸਦੇ ਮੰਤਰੀ ਕੌਟੱਲਿਆ, ਉਹਨਾਂ ਦੇ ਨੰਦ ਘਰਾਣੇ ਨੂੰ ਨਸ਼ਟ ਕਰਨ ਦਾ ਗਿਆਨ ਪ੍ਰਾਪਤ ਮਿਲਦਾ ਹੈ। ਪ੍ਰਸਿੱਧ ਨਾਟਕਕਾਰ ਕਾਲੀਦਾਸ ਜਿਸ ਨੇ ਅਭਿਗਿਆਨ ਸ਼ੁੰਕਤਲਾ, ਮੇਘਦੂਤ ਨਾਟਕ ਲਿਖੇ ਜਿਹੜੇ ਸਮਾਜਿਕ ਧਾਰਮਿਕ ਵਿਸ਼ਿਆਂ 'ਤੇ ਚਾਨਣਾ ਪਾਉਂਦੇ ਨੇ। ਉਸ ਤੋਂ ਬਾਅਦ ਹਰਸ਼ ਨੇ ਰਤਨਾਵਲੀ, ਪ੍ਰਿਯਦਰਸ਼ਕ, ਨਾਗਾਨੰਦ ਨਾਟਕ ਲਿਖੇ ਉਸ ਸਮੇਂ ਦੇ ਸ਼ਾਸਨ ਬਾਰੇ ਜਾਣਕਾਰੀ ਦਿੰਦੇ ਨੇ। ਦੰਡੀ ਦੇ ਦਸ਼ਕੁਮਾਰ ਚਰਿਤਰ ਨੇ ਅਵਿਤ ਸੁੰਦਰੀ ਕਥਾ ਨਾਮਕ ਗਦ ਕਾਵਿ ਤੋਂ 7ਵੀਂ ਸਦੀ ਦੇ ਅਖੀਰਲੇ ਸਾਲਾਂ ਤੱਕ ਨਰਸਿੰਘ ਵਰਮਨ ਦੂਜੇ ਦੇ ਸ਼ਾਸਨ ਕਾਲ ਬਾਰੇ ਲਿਖਿਆ। ਇਸ ਤਰ੍ਹਾਂ ਇਹਨਾਂ ਨਾਟਕਾਂ ਤੋਂ ਵੀ ਸਾਨੂੰ ਇਤਿਹਾਸਕ ਜਾਣਕਾਰੀ ਮਿਲਦੀ ਹੈ। ਸੰਗਮ ਸਾਹਿਤ ਦੱਖਣ ਭਾਰਤ ਦੀ ਪ੍ਰਸਿੱਧ ਰਾਜਵੰਸ਼ ਸੰਗਮ ਮੰਨੀ ਜਾਂਦੀ ਹੈ ਜਿਸ 'ਚ ਤਾਮਿਲ ਭਾਸ਼ਾ ਦੇ ਵਿੱਚ ਦੋ ਦੱਖਣ ਭਾਰਤ ਦਾ ਸਾਹਿਤ ਲਿਖਿਆ। ਪਾਂਡਿਆ ਵੰਸ਼ ਨਾਲ ਸੰਬੰਧਿਤ ਰਾਜਿਆਂ ਦੀਆਂ ਵਰਣਨ, ਚੌਲ, ਰਾਸ਼ਟਰਕੂਟ ਆਦਿ ਸੰਗਮ ਵੰਸ਼ ਦੇ ਮਹਾਨ ਸ਼ਾਸਕ ਹੋਏ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਸੰਗਮ ਦੇ 99 ਪਾਂਡਿਆ ਸ਼ਾਸਕਾਂ ਦੀ ਸਰਪ੍ਰਸਤੀ ਮਿਲਦੀ ਹੈ। 7 ਸ਼ਾਸਕ ਆਪ ਮਹੱਤਵਪੂਰਨ ਕਵੀ ਹੋਏ। ਇਸ ਤਰ੍ਹਾਂ ਨਾਲ ਉਹਨਾਂ ਦੀਆਂ ਰਚਨਾਵਾਂ ਵੀ ਸਾਨੂੰ ਇਤਿਹਾਸ ਬਾਰੇ ਬਹੁਮੁੱਲੀ ਅਤੇ ਅਨਮੋਲ ਜਾਣਕਾਰੀ ਪ੍ਰਦਾਨ ਹੈ ਜਿਹੜੀ ਉਹ ਕਰਾਉਂਦੇ ਨੇ। ਉਸ ਤੋਂ ਬਾਅਦ ਪ੍ਰਾਂਤ ਸੰਬੰਧੀ ਸੋਮੇ, ਕੁਝ ਕੁ ਇਤਿਹਾਸਕ ਅਭਿਲੇਖ ਕਹਿੰਦੇ ਇਹਨਾਂ ਗ੍ਰੰਥਾਂ ਤੋਂ ਬਿਨਾਂ ਪੈਦਾ ਹੋਏ, ਜਿਵੇਂ ਅਭਿਲੇਖ, ਅਸ਼ੋਕ ਦੇ ਸ਼ਿਲਾਲੇਖ, ਸਤੰਭਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਨਾਂ ਬਾਰੇ ਸਾਨੂੰ ਬਹੁਮੁੱਲੀ ਜਾਣਕਾਰੀ ਹੈ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਅਭਿਲੇਖ ਸਤੰਭਾਂ ਤੋਂ ਜੇ ਦੇਖਿਆ ਜਾਵੇ ਤਾਮਰ ਪੱਤਰਾਂ ਦੇ ਰਾਹੀਂ, ਸਿੱਕਿਆਂ ਦੇ ਰਾਹੀਂ, ਅਸਤਰਾਂ ਸ਼ਸਤਰਾਂ ਦੇ ਰਾਹੀਂ, ਇਤਿਹਾਸਕ ਬਿਰਤਾਂਤਾਂ ਦੇ ਰਾਹੀਂ, ਅਭਿਲੇਖ ਸਿੱਕੇ ਪ੍ਰਾਚੀਨ ਅਤੇ ਪ੍ਰਾਚੀਨ ਭਵਨ ਨਿਰਮਾਣ ਕਲਾ ਦੇ ਰਾਹੀਂ ਵੀ ਸਾਨੂੰ ਬਹੁਤ ਸਾਰੇ ਲਿਟਰੇਚਰ ਦੀ ਜਾਣਕਾਰੀ ਹੈ ਜਿਹੜੀ ਉਹ ਤੋਂ ਮਿਲੀ। ਇਸ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਇਤਿਹਾਸ ਨਾਲ ਲਿਖਿਤ ਧਾਰਮਿਕ ਗ੍ਰੰਥਾਂ ਤੋਂ ਸਾਨੂੰ ਉਸ ਸਮੇਂ ਦੇ ਸਮਾਜ ਬਾਰੇ ਪਤਾ ਚੱਲਦਾ ਹੈ, ਕੁਝ ਇਤਿਹਾਸਕ ਅਰਧ ਇਤਿਹਾਸਕ ਤੱਥਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਨਾਲ ਕਹਿੰਦੇ ਕੁਝ ਕੁ ਤੱਥ ਇੱਦਾਂ ਦੇ ਵੀ ਹੋਏ ਜਿਹੜੇ ਲਿਖਤੀ ਸਰੋਤ ਨਹੀਂ ਸੀ, ਭਵਨ ਨਿਰਮਾਣ ਕਲਾ ਦਾ ਵਿਲੱਖਣ ਅਤੇ ਅਦਭੁਤ ਨਮੂਨਾ ਸੀ ਜਿਹੜਾ ਉਹ ਪੇਸ਼ ਕਰਦੇ ਨੇ। ਉਹਨਾਂ ਅਦਭੁਤ ਅਤੇ ਵਿਲੱਖਣ ਨਮੂਨਿਆਂ ਦੇ ਰਾਹੀਂ ਵੀ ਸਾਨੂੰ ਉਸ ਸਮੇਂ ਦੀ ਜਾਣਕਾਰੀ ਮਿਲਦੀ ਹੈ। ਕਿਉਂਕਿ ਜੇ ਦੇਖਿਆ ਜਾਵੇ ਪੁਰਾਤਨ ਵਿਭਾਗ ਸੰਬੰਧੀ ਸੋਮੇ ਨੇ ਜਿਹੜੇ ਕਹਿੰਦੇ 4 ਭਾਗਾਂ 'ਚ ਵੰਡੇ ਗਏ। ਪਹਿਲੇ ਆਉਂਦੇ ਨੇ ਅਭਿਲੇਖ, ਫਿਰ ਸਿੱਕੇ ਆਏ, ਪੁਰਾਤਨ ਸਥਾਨਾਂ ਦੀਆਂ ਖੁਦਾਈਆਂ ਆਈਆਂ, ਪ੍ਰਾਚੀਨ ਭਵਨ ਅਤੇ ਕਲਾਕ੍ਰਿਤੀਆਂ ਆਈਆਂ। ਜੇ ਆਪਾਂ ਅਭਿਲੇਖਾਂ ਦੀ ਗੱਲ ਕਰਦੇ ਹਾਂ, ਅਭਿਲੇਖਾਂ ਦਾ ਗੰਭੀਰ ਨਿਰੀਖਣ ਪ੍ਰਾਚੀਨ ਭਾਰਤ ਦੇ ਇਤਿਹਾਸ ਦਾ ਮੁੱਖ ਸਰੋਤ ਮੰਨਿਆ ਜਾਂਦਾ ਹੈ ਕਿਉਂਕਿ ਨਿਸ਼ਚਿਤ ਮਿਤੀਆਂ ਤਾਂ ਨਹੀਂ ਹੁੰਦੀਆਂ ਸੀ। ਜਿਹੜੀ ਵੀ ਸਮੱਗਰੀ ਸਾਨੂੰ ਪਰੰਪਰਾ, ਸਾਹਿਤ, ਸਿੱਕਿਆਂ, ਕਲਾ, ਭਵਨਾਂ ਜਾਂ ਦੂਜੇ ਸੋਮਿਆਂ ਤੋਂ ਪ੍ਰਾਪਤ ਹੋਈ
ਉਹ ਸਾਰੀ ਨਿਯਮਤ ਕਰ ਹੁੰਦੀ ਹੈ। ਪ੍ਰਾਚੀਨ ਭਾਰਤੀ ਇਤਿਹਾਸ ਦੇ ਨਿਰਮਾਣ ਦੇ ਵਿੱਚ ਅਭਿਲੇਖਾਂ ਦੀ ਮਹੱਤਤਾ ਬਾਰੇ ਆਰਕੀਟੈਕਟਰ ਔਰਸੀ ਮਜੂਮਦਾਰ ਲਿਖਦਾ ਹੈ, ਕਹਿੰਦੇ ਪ੍ਰਾਚੀਨ ਭਾਰਤ ਦੇ ਇਤਿਹਾਸਕ ਰਾਜਨੀਤਿਕ ਇਤਿਹਾਸ ਪੁਨਰ ਨਿਰਮਾਣ ਵਿੱਚ ਅਭਿਲੇਖ ਸਭ ਤੋਂ ਕੀਮਤੀ ਸਰੋਤ ਨੇ ਜਿਹੜੇ ਉਹ ਮੰਨੇ ਜਾਂਦੇ ਨੇ। ਅਭਿਲੇਖਾਂ ਤੋਂ ਸਿੱਧ ਹੁੰਦਾ ਹੈ ਕਿ ਉਹ ਲੋਕ ਕਿੱਦਾਂ ਦੇ ਧਾਤ, ਕਿੱਦਾਂ ਦੇ ਪੱਥਰਾਂ ਦੀ ਵਰਤੋਂ ਕਰਦੇ ਸੀ, ਕਿਹੋ ਜਿਹੀਆਂ ਧਾਤਾਂ ਉਹਨਾਂ ਦਾ ਪ੍ਰਮੁੱਖ ਸਰੋਤ ਸੀ ਜਿਹੜੀਆਂ ਉਹ ਬਣੀਆਂ ਹੋਈਆਂ ਸੀਗੀਆਂ। ਇਸ ਤਰ੍ਹਾਂ ਨਾਲ ਉਹਨਾਂ ਨੇ ਕਿੱਦਾਂ ਤਬਦੀਲੀ ਕੀਤੀ, ਕਿੱਦਾਂ ਦੂਜੀਆਂ ਭਾਸ਼ਾਵਾਂ ਨਸ਼ਟ ਹੋਈਆਂ, ਇਹ ਅਭਿਲੇਖਾਂ ਤੋਂ ਸਾਨੂੰ ਦੇਖਣ ਨੂੰ ਮਿਲਦਾ ਹੈ। ਉਹਨਾਂ ਦੀਆਂ ਭਾਸ਼ਾਵਾਂ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ, ਕੀ ਲਿਖਦੇ ਸੀ, ਕਿੱਦਾਂ ਦਾ ਕੁਝ ਲਿਖਦੇ ਸੀ, ਉਹ ਲਿਖਦੇ ਉਹਨਾਂ ਬਾਰੇ ਜਾਣਕਾਰੀ ਸਾਨੂੰ ਜਿਹੜੀ ਇਹਨਾਂ ਅਭਿਲੇਖਾਂ ਤੋਂ ਮਿਲਦੀ ਹੈ। ਅਭਿਲੇਖਾਂ ਤੋਂ ਬਾਅਦ ਆ ਜਾਂਦੇ ਨੇ ਸਿੱਕੇ। ਸਿੱਕਿਆਂ ਬਾਰੇ, ਪੁਰਾਤਨ ਸਥਾਨਾਂ ਦੀਆਂ ਖੁਦਾਈਆਂ ਬਾਰੇ, ਪ੍ਰਾਚੀਨ ਭਵਨ ਨਿਰਮਾਣ ਅਤੇ ਉਹਨਾਂ ਦੀਆਂ ਕਲਾਕ੍ਰਿਤੀਆਂ ਬਾਰੇ, ਅਲੱਗ ਅਲੱਗ ਤਰ੍ਹਾਂ ਦਾ ਨਿਰਮਾਣ ਹੈ ਜਿਹੜਾ ਉਹ ਸਾਨੂੰ ਇਹਨਾਂ ਪ੍ਰਾਚੀਨ ਅਤੇ ਇਤਿਹਾਸਕ ਗ੍ਰੰਥਾਂ ਦੇ ਸੋਰਸਾਂ ਤੋਂ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਅਤੇ ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚ ਜਿੰਨਾ ਆਪਾਂ ਨੇ ਪੜ੍ਹਿਆ ਉਸ ਦੇ ਵਿੱਚ ਆਪਾਂ ਨੂੰ ਬਹੁਤ ਸਾਰੀ ਜਾਣਕਾਰੀ ਪ੍ਰਾਚੀਨ ਭਾਰਤ ਦੇ ਇਤਿਹਾਸਕ ਗ੍ਰੰਥਾਂ ਬਾਰੇ ਜਿਹੜੀ ਮਿਲਦੀ ਹੈ, ਕਿਉਂਕਿ ਆਪਾਂ ਜਿਹੜਾ ਅਸੀਂ ਪੜ੍ਹ ਰਹੇ ਸੀਗੇ ਉਹ ਸਾਰਾ ਐਂਸ਼ੀਅੰਟ ਇੰਡੀਆ, ਪ੍ਰਾਚੀਨ ਭਾਰਤ ਪਿਛਲੇ ਲੈਕਚਰਾਂ ਦੇ ਵਿੱਚ ਵੀ ਆਪਾਂ ਪੜ੍ਹਿਆ। ਅਸਲ ਟੋਪਿਕ ਆਪਣੇ ਸ਼ੁਰੂ ਹੋ ਜਾਣਗੇ ਅੱਗੇ ਸਿੰਧ ਘਾਟੀ ਸੱਭਿਅਤਾ ਦੀ ਖੁਦਾਈ ਦਾ ਗੱਲ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਦੇਖੋ ਕਹਿੰਦੇ ਜਿਹੜਾ ਭਾਰਤ ਦਾ ਇਤਿਹਾਸ ਸੀ ਜ਼ਿਆਦਾਤਰ ਉਹਦੇ 'ਚ ਸਾਨੂੰ ਬਹੁਤ ਸਾਰੀਆਂ ਅੜਚਣਾਂ ਪੈਦਾ ਹੋਈਆਂ, ਸਹੀ ਨਹੀਂ ਮਿਲ ਸਕਿਆ ਹੈਗਾ। ਉਹ ਸਹੀ ਕਿਉਂ ਨਹੀਂ ਮਿਲ ਸਕਿਆ, ਉਹ ਆਪਾਂ ਕਾਰਨ ਪਹਿਲੀ ਵਾਰੀ ਜਦੋਂ ਇਹ ਚੈਪਟਰ ਸ਼ੁਰੂ ਕੀਤਾ ਸੀ ਉਹਦੇ 'ਚ ਹੀ ਪੜ੍ਹੇ ਸੀ, ਕਿਉਂਕਿ ਨਿਸ਼ਚਿਤ ਮਿਤੀਆਂ ਨਹੀਂ ਜਾਣਦੇ ਸੀਗੇ ਲੋਕ। ਜਿੰਨੇ ਕੋਈ ਹੈਰੋਡੇਟਸ ਵਰਗੇ ਇਤਿਹਾਸਕਾਰ ਨਹੀਂ ਹੋਏ, ਸਿਰਫ ਕੌਣ ਨੇ, ਬ੍ਰਾਹਮਣ ਨੇ, ਰਿਸ਼ੀ ਮੁਨੀ ਸੀ, ਉਹਨਾਂ ਨੇ ਲਿਖਿਆ। ਜਿਹੜਾ ਉਹਨਾਂ ਨੇ ਲਿਖਿਆ ਉਹ ਸਿਰਫ ਸੀਮਤ ਸੀਗਾ ਧਾਰਮਿਕ ਦਾਇਰੇ ਤੱਕ। ਉਹਨਾਂ ਨੇ ਇੱਕ ਧਾਰਮਿਕ ਗ੍ਰੰਥਾਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਉਨੀਆਂ ਕੁ ਘਟਨਾਵਾਂ ਨੇ ਜਿਹੜੀਆਂ ਉਹ ਲਿਖਣ ਦੀ ਕੋਸ਼ਿਸ਼ ਹੈ ਜਿਹੜੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਨਾਲ ਇਹ ਸਾਰੇ ਸਰੋਤ ਸਾਨੂੰ ਇਹਨਾਂ ਚੀਜ਼ਾਂ ਤੋਂ ਹੈ ਜਿਹੜੇ ਉਹ ਮਿਲਦੇ ਨੇ। ਅਤੇ